ਸਿੱਧੂ ਨੂੰ ਵੱਡਾ ਕੀਤਾ ਜਾ ਰਿਹਾ ਹੁਣ। ਤਾਂ ਜੇ ਤੁਹਾਡਾ ਮੋਟਿਵ ਵਾਕਈ ਇਹ ਹੈ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਜੇ ਵਿਕਰਮ ਮਜੀਠੀਆ ਨੇ ਨਸ਼ਾ ਵਿਕਵਾਇਆ ਉਹਨਾਂ ਦੀ ਇਨਵੋਲਵਮੈਂਟ ਹੈ, ਈਡੀ ਜਾਂ ਤੁਹਾਡੀਆਂ ਜਿਹੜੀ ਐਸਟੀਐਫ ਦੀ ਰਿਪੋਰਟ ਦੇ ਵਿੱਚ ਕੋਈ ਇਹੋ ਜਿਹੀ ਗੱਲ ਆਈ ਹੈ, ਤਾਂ ਤੁਸੀਂ ਟਵੀਟ ਕਰਨ ਦੀ ਬਜਾਏ ਆਪਦੇ ਡਰਾਇੰਗ ਰੂਮ 'ਚ ਬੈਠ ਕੇ ਸੀਐਮ ਦੇ ਨਾਲ, ਜੇ ਸੀਐਮ ਨਹੀਂ ਮੰਨਦਾ ਕੁਝ ਕਰਨ ਦੀ ਤਾਂ ਰਾਹੁਲ ਗਾਂਧੀ ਕੋਲੇ ਹੁਣ ਤਾਂ ਤੁਸੀਂ ਪ੍ਰਧਾਨ ਹੋ ਨਾ, ਤੁਸੀਂ ਐਕਸ਼ਨ ਲਓ। ਤੁਸੀਂ ਕੀ ਐਕਸ਼ਨ ਲਿਆ? 4 ਹਫ਼ਤਿਆਂ ਦੀ ਤੁਸੀਂ ਗੱਲ ਕੀਤੀ ਸੀ, 4 ਹਫ਼ਤਿਆਂ ਤੁਸੀਂ ਟਿਕਾ ਕੇ ਬੰਦੇ ਅੰਦਰ ਕਰਦੇ, ਪਤਾ ਲੱਗਦਾ ਕਿ ਤੁਹਾਡੀ ਸਰਕਾਰ ਨੇ ਕੁਝ ਕੀਤਾ ਸੀ। ਅੱਜ ਤੁਸੀਂ ਡੁੱਲੇ ਬੇਰਾਂ ਦਾ ਕੁਝ ਜਿਹੜਾ ਕਹਿੰਦੇ ਨਹੀਂ ਵਿਗੜਦਾ, ਅੱਜ ਤੁਸੀਂ ਆ ਕੇ ਉਹ ਡੁੱਲੇ ਬੇਰਾਂ ਦਾ ਵਿਗਾੜਤਾ। ਉਹ ਜਿਹੜੇ ਬੇਰ ਡੁੱਲੇ ਸੀ ਨਾ, ਉਹ ਚਿੱਕੜ 'ਚ ਡੁੱਲੇ ਸੀ ਦਰਅਸਲ, ਨਹੀਂ ਤਾਂ ਧੋ ਕੇ ਖਾ ਲੈਂਦਾ ਬੰਦਾ। ਜੇ ਵਿਕਰਮ ਮਜੀਠੀਆ ਜ਼ਿੰਮੇਦਾਰ ਨੇ ਤਾਂ ਟੰਗ ਦਿਓ ਉਹਨਾਂ ਨੂੰ, ਪਰ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਸਿਰਫ ਟਵੀਟਸ ਕਰਕੇ ਔਰ ਲੋਕਾਂ ਦੇ ਅੱਗੇ ਆਪਦੀ ਇਮੇਜ ਬਿਲਡਿੰਗ ਕਰ ਰਹੇ ਹੋ, ਤੁਸੀਂ ਹੁਣ ਤਾਂ ਤੁਸੀਂ ਪ੍ਰਧਾਨ ਹੋ, ਸੀਐਮ ਤੁਹਾਡੇ ਨੇ। ਜੇ ਪਾਰਟੀ ਦੇ ਉੱਪਰ ਜੇ ਟੌਪ ਤੇ ਲੀਡਰਸ਼ਿਪ ਢਿੱਲੀ ਵਾਲੀ ਨੂੰ ਇਹ ਸਮਝ ਨਹੀਂ ਪੈ ਰਿਹਾ ਕਿ ਤੁਹਾਡਾ ਪ੍ਰਧਾਨ ਹਰ ਰੋਜ਼ ਤੁਹਾਡੇ ਸੀਐਮ ਨੂੰ, ਫਿਰ ਤੁਸੀਂ ਇਟ ਮੀਨਸ ਕਿ ਪੰਜਾਬ ਦੇ ਲੋਕਾਂ ਦੀ ਅੱਖਾਂ 'ਚ ਧੂੜ ਪਾ ਰਹੇ ਹੋ। ਤੁਹਾਨੂੰ ਪਤਾ ਹੈ ਵੀ ਤੁਹਾਡਾ ਸੀਐਮ ਚੰਗਾ ਨਹੀਂ ਹੈ, ਫਿਰ ਤੁਸੀਂ ਸੀਐਮ ਲਾ ਕੇ ਰੱਖਿਆ ਉਹਨਾਂ ਨੂੰ। ਤਾਂ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਜੇ ਤੁਸੀਂ ਇਹ ਜਾਣਦੇ ਹੋ ਕਿ ਸਾਡਾ ਸੀਐਮ ਕਾਰਵਾਈ ਨਹੀਂ ਕਰ ਰਿਹਾ, ਤਾਂ ਕੀ ਰਾਹੁਲ ਗਾਂਧੀ ਨੂੰ ਇਹ ਟਵੀਟ ਨਹੀਂ ਦਿਸੇ? ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ ਨੂੰ ਇਹ ਟਵੀਟਸ ਨਹੀਂ ਦਿਸ ਰਹੇ? ਜਾਂ ਉਹ ਡੈਲੀਬਰੇਟਲੀ ਕਰਾ ਰਹੇ ਹੈ ਕਿ ਉਹਨਾਂ ਨੂੰ ਉਹ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਹੀ ਨਹੀਂ ਸਕਦੇ ਸੀ? ਗਲਤੀਆਂ ਤਾਂ ਹੈਗੀਆਂ ਨਾ ਕੈਪਟਨ ਅਮਰਿੰਦਰ ਸਿੰਘ ਦੀਆਂ। ਬੇਅਦਬੀ ਤੇ ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ? ਨਸ਼ਿਆਂ ਤੇ ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ? ਤਾਂ ਉਹ ਜਦੋਂ ਤਾਂ ਸਾਰੇ ਬੈਠ ਕੇ ਰਲੇ ਸੀ ਸਾਰੇ, ਉਹ ਸਵਾਲ ਕੱਲਾ ਕੈਪਟਨ ਤੇ ਨਹੀਂ, ਫਿਰ ਸਾਰਿਆਂ ਤੇ ਹੋਣਾ ਚਾਹੀਦਾ ਨਾਲ। ਜਿੰਨੇ ਵਜ਼ੀਰ ਨੇ ਸਾਰੇ ਦੇ ਸਾਰੇ ਵਜ਼ੀਰਾਂ ਨੂੰ ਵੀ ਉਸ ਕਟਹਿਰੇ 'ਚ ਖੜਾ ਕਰੋ, ਨੋਟੀਫਾਈ ਕਰ ਦਿਓ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਸਾਡਾ ਸੀਐਮ ਜ਼ਿੰਮੇਦਾਰ ਹੈ, ਨਾਲ ਆ ਫਲਾਨੇ ਮੰਤਰੀ, ਨਾਲ ਆ ਬੰਦੇ, ਨਾਲ ਆ ਬਿਊਰੋਕਰੇਟ ਜ਼ਿੰਮੇਦਾਰ ਹੈ। ਅਸੀਂ ਅਗਲੀਆਂ ਚੋਣਾਂ 'ਚ ਇਹਨਾਂ ਦਾ ਚਿਹਰਾ ਤੁਹਾਨੂੰ ਨਹੀਂ ਦੇਵਾਂਗੇ। ਕਿ ਤੁਹਾਡਾ ਮੋਟਿਵ ਕੀ ਹੈ? ਕੀ ਤੁਸੀਂ ਇਹ ਕਰਨਾ ਚਾਹ ਰਹੇ ਹੋ ਕਿ ਪੱਲੜਾ ਭਾਰੀ ਕਰਕੇ ਆਪਦਾ, ਔਰ ਤੁਸੀਂ ਆਪਣੇ ਆਪ ਨੂੰ ਵੱਡਾ ਕਰ ਰਹੇ ਹੋ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਪਰਵਿੰਦਰ ਸਿੰਘ। ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਅਹਿਮ ਰਿਹਾ ਅਤੇ ਇਸ ਦੇ ਉੱਤੇ ਲਗਾਤਾਰ ਸਿਆਸਤ ਵੀ ਹੁੰਦੀ ਰਹੀ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਦੇ ਵਿੱਚ ਲਗਾਤਾਰ ਸੁਰਖੀਆਂ ਦੇ ਵਿੱਚ ਨੇ, ਆਪਣੀ ਹੀ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ। ਸੋ ਇਸ ਵਾਰ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਉੱਤੇ ਸਵਾਲ ਚੁੱਕ ਦਿੱਤੇ ਨੇ। ਸਿੱਧੂ ਨੇ ਨਸ਼ਿਆਂ ਦੇ ਮੁੱਦੇ ਉੱਤੇ ਗਠਿਤ ਕੀਤੀ ਗਈ ਐਸਟੀਐਫ ਦੀ ਰਿਪੋਰਟ ਨੂੰ ਲੈ ਕੇ ਆਪਣੀ ਹੀ ਸਰਕਾਰ ਉੱਤੇ ਸਵਾਲ ਚੁੱਕੇ ਨੇ ਕਿ ਆਖਿਰ ਪੰਜਾਬ ਸਰਕਾਰ ਨੇ ਇਸ ਰਿਪੋਰਟ ਉੱਤੇ ਕੀ ਕਾਰਵਾਈ ਕੀਤੀ ਹੈ। ਇਸ ਮੁੱਦੇ ਉੱਤੇ ਪੂਰੀ ਗੱਲਬਾਤ ਦੇ ਲਈ ਨਿਊਜ਼ ਐਡੀਟਰ ਸਿਮਰਨਜੋਤ ਮੁੱਕੜ ਸਾਡੇ ਨਾਲ ਜੁੜ ਚੁੱਕੇ ਨੇ। ਜੀ ਸਿਮਰਨ, ਕਿਵੇਂ ਦੇਖਦੇ ਹੋ ਇੱਕ ਵਾਰ ਫਿਰ ਤੋਂ ਨਸ਼ਿਆਂ ਦੇ ਮੁੱਦੇ ਤੇ ਸਿੱਧੂ ਆਪਣੀ ਸਰਕਾਰ ਖਿਲਾਫ ਮੋਰਚਾ ਖੋਲ ਕੇ ਨੇ? ਦੇਖੋ, ਮੋਰਚਾ ਤਾਂ ਬਹੁਤ ਲੰਮੇ ਸਮੇਂ ਤੋਂ ਖੁੱਲਿਆ ਸੀ, ਪਰ ਜਦੋਂ ਤੋਂ ਪ੍ਰਧਾਨ ਬਣੇ ਸੀ ਇਹ ਲੱਗ ਰਿਹਾ ਸੀਗਾ ਕਿ ਹੁਣ ਚੀਜ਼ਾਂ ਜਿਹੜੀਆਂ ਥੋੜੀਆਂ ਜੀਆਂ ਸੌਰਟ ਹੋ ਜਾਣਗੀਆਂ ਵਿਦਿਨ ਦਾ ਕਾਂਗਰਸ। ਹੋਇਆ ਕੀ ਹੈ ਦਰਅਸਲ, ਜਿਹੜੀ 2018 ਦੇ ਵਿੱਚ ਜਦੋਂ ਪਿਛਲੀ ਸਰਕਾਰ ਬਣੀ, ਜੇ ਥੋੜਾ ਜਿਹਾ ਦਰਸ਼ਕਾਂ ਦੀ ਮੈਮਰੀ ਨੂੰ ਜਿਹੜਾ ਉਹ ਤਿੱਖਾ ਕਰ ਦਈਏ, ਯਾਦ ਕਰਾ ਦਈਏ, ਪਿਛਲੀ ਸਰਕਾਰ ਬਣਨ ਤੋਂ ਪਹਿਲਾਂ ਬੇਅਦਬੀ ਤੇ ਨਸ਼ੇ 2 ਵੱਡੇ ਮੁੱਦੇ ਸੀ ਜਿਹਦੇ ਤੇ ਅਕਾਲੀ ਸਰਕਾਰ ਘਿਰਦੀ ਹੈ। ਕੈਪਟਨ ਅਮਰਿੰਦਰ ਸਿੰਘ ਤੁਹਾਡੇ ਯਾਦ ਹੋਣਾ ਸਹੁੰ ਖਾਂਦੇ ਆ ਕਿ ਮੈਂ ਨਸ਼ਾ ਖਤਮ ਕਰ ਦੂੰਗਾ। ਵਿਕਰਮ ਮਜੀਠੀਆ ਦਾ ਨਾਮ ਉਦੋਂ ਵਿਰੋਧੀ ਧਿਰਾਂ ਨਸ਼ੇ ਦੀ ਇਨਵੋਲਵਮੈਂਟ 'ਚ ਲੈਂਦੀਆਂ ਰਹੀਆਂ। ਆਮ ਆਦਮੀ ਪਾਰਟੀ ਲੈਂਦੀ ਰਹੀ, ਕਾਂਗਰਸ ਲੈਂਦੀ ਰਹੀ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ, ਨਵਜੋਤ ਸਿੱਧੂ ਨੇ ਬਹੁਤ ਵੱਡੇ ਪੱਧਰ ਤੇ ਨਾਮ ਲਿਆ, ਪਰ ਵਿਕਰਮ ਮਜੀਠੀਆ ਦੀ ਸਿੱਧੀ ਇਨਵੋਲਵਮੈਂਟ ਕੋਈ ਵੀ ਸਾਹਮਣੇ ਨਹੀਂ ਆਈ। ਤੁਹਾਡੇ ਯਾਦ ਹੋਣਾ ਕਿ ਅਰਵਿੰਦ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ ਸੀ। ਸੰਜੇ ਸਿੰਘ ਦੇ ਉੱਤੇ ਇੱਕ ਡੈਫੇਮੇਸ਼ਨ ਕੇਸ ਵੀ ਜਿਹੜਾ ਉਹ ਚੱਲ ਰਿਹਾ, ਤੁਹਾਡੇ ਯਾਦ ਹੋਣਾ, ਜਿਹੜਾ ਡੈਫੇਮੇਸ਼ਨ ਕੇਸ ਆਪਸ ਦੇ ਵਿੱਚ ਜਿਹੜਾ ਉਹ ਪਿਆ ਹੋਇਆ, ਉੱਥੇ ਉਲਝਦੇ ਹੈ। ਔਰ ਜਿਹੜਾ ਤੀਜੀ ਗੱਲ ਹੈ ਕਿ ਪੰਜਾਬ ਦੇ ਸਭ ਤੋਂ ਵੱਡੇ ਪ੍ਰਮੁੱਖ ਇੱਕ ਅੰਗਰੇਜ਼ੀ ਅਖਬਾਰ ਨੇ ਮਾਫੀ ਤੱਕ ਮੰਗੀ ਆਪਦੇ ਪੇਜ 1 ਦੇ ਉੱਤੇ ਕਿ ਵਿਕਰਮ ਮਜੀਠੀਆ ਦੀ ਕੋਈ ਵੀ ਇਹੋ ਜਿਹੀ ਇਨਵੋਲਵਮੈਂਟ ਇਹਦੇ 'ਚ ਸਾਨੂੰ ਨਹੀਂ ਮਿਲੀ। ਉਸ ਤੋਂ ਬਾਅਦ ਸਰਕਾਰ ਆਪਣੀ ਜਿਹੜੀ ਹੈ ਉਹ ਐਸਟੀਐਫ ਬਣਾਉਂਦੀ ਹੈ। ਹਰਪ੍ਰੀਤ ਸਿੱਧੂ ਇੱਕ ਐਸੇ ਅਫਸਰ ਜਿਨ੍ਹਾਂ ਦਾ ਨਾਮ ਬਹੁਤ ਵੱਡੇ ਪੱਧਰ ਤੇ ਲਿਆ ਗਿਆ ਕਿ ਹੁਣ ਹਰਪ੍ਰੀਤ ਸਿੱਧੂ ਆ ਗਏ, ਬੜੇ ਦਬੰਗ ਅਫਸਰ ਨੇ ਔਰ ਨਸ਼ਾ ਖਤਮ ਹੋਊਗਾ। ਚਿੱਟੇ ਦੀ ਖਾਸ ਤੌਰ ਤੇ ਗੱਲ ਸੀ,
STF ਨੂੰ ਰਿਪੋਰਟ ਫਾਈਲ ਕਰਨੀ ਸੀ, ਹਾਈ ਕੋਰਟ ਦੇ ਵਿੱਚ ਉਹ ਰਿਪੋਰਟ ਫਾਈਲ ਹੁੰਦੀ ਹੈ, ਮੇਰੇ ਖਿਆਲ ਮਈ 2018 ਦੇ ਵਿੱਚ ਰਿਪੋਰਟ ਫਾਈਲ ਹੁੰਦੀ ਹੈ। ਔਰ ਉਸ ਤੋਂ ਬਾਅਦ ਨਿਰੰਤਰ ਜਿਹੜਾ ਨਵਜੋਤ ਸਿੱਧੂ ਵਰਸਸ ਕੈਪਟਨ ਵਰਸਸ ਉਹ ਸਾਰਾ ਕੁਝ ਕਾਂਗਰਸ 'ਚ ਚੱਲਦਾ ਰਿਹਾ। ਔਰ ਫਾਈਨਲੀ ਹੁਣ ਨਵਜੋਤ ਸਿੱਧੂ, ਹੁਣ ਕਿਉਂਕਿ ਜਿਹੜੀ ਪ੍ਰੀਪੋਨਮੈਂਟ ਦੀ ਜਿਹੜੀ ਇੱਕ ਪਲੀ ਸੀਗੀ ਉਹ ਦਾਖਲ ਹੁੰਦੀ ਹੈ ਤੇ ਉਹਦੇ 'ਚ ਕੋਰਟ ਕਹਿੰਦੀ ਹੈ ਕਿ ਕੋਰਟ ਨੇ ਕਦੇ ਵੀ ਇਹਦੀ ਇਨਕੁਆਇਰੀ ਕਰਨ ਦੇ ਵਿੱਚ ਕੋਈ ਰੋਕ ਨਹੀਂ ਲਾਈ ਸੀ, ਤਾਂ ਉਹਦੇ ਬੇਸਿਸ ਤੇ ਖਾਸ ਤੌਰ ਤੇ ਨਵਜੋਤ ਸਿੱਧੂ ਅਖਬਾਰ ਦੀ ਇੱਕ ਕਟਿੰਗ 9 ਅਗਸਤ ਦੀ ਜਿਹੜੀ ਉਹ ਸ਼ੇਅਰ ਕਰਕੇ ਟਵੀਟਸ ਕਰਦੇ ਹੈ, ਲਗਾਤਾਰ ਟਵੀਟ ਤੇ ਟਵੀਟ ਕਰਦੇ ਹੈ। ਹੁਣ ਉਹ ਪੂਰੇ ਟਵੀਟਸ ਨੂੰ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਨਵਜੋਤ ਸਿੱਧੂ ਕਹਿੰਦੇ ਆ ਕਿ ਕੋਰਟ ਨੇ ਕਿਹਾ ਕਿ ਇਨਕੁਆਇਰੀ ਤੇ ਕੋਈ ਰੋਕ ਨਹੀਂ ਲਾਈ, ਤਾਂ ਉਹਦੀ ਇਨਕੁਆਇਰੀ ਕੀ ਹੋਈ? ਜਿਹੜੀ ਓਪੀਨੀਅਨ ਕਮ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਉਹਦੇ ਬੇਸਿਸ ਤੇ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਐਕਸ਼ਨ ਕੀ ਲਿਆ? ਔਰ ਉਹ ਸਿੱਧਾ ਵਿਕਰਮ ਮਜੀਠੀਆ ਦਾ ਨਾਂ ਲਿਖ ਦਿੰਦੇ ਆ ਕਿ ਵਿਕਰਮ ਮਜੀਠੀਆ ਐਂਡ ਅਦਰਸ ਦੀ ਗੱਲ ਉਹਦੇ 'ਚ ਹੋ ਰਹੀ ਹੈ। ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਐਕਸ਼ਨ ਲਿਆ ਜਾਂ ਨਹੀਂ ਲਿਆ, ਇਹਦੀ ਉਹ ਕਹਿ ਰਿਹਾ ਕਿ ਪਬਲਿਕ ਡੋਮੇਨ 'ਚ ਲੈ ਕੇ ਆਓ। ਔਰ ਉਹ ਕਹਿੰਦੇ ਕਿ ਜੇ ਨਹੀਂ ਕੀਤਾ ਜਾਂਦਾ, ਜੇ ਇਹ ਰਿਪੋਰਟ ਵੀ ਜਨਤਕ ਨਹੀਂ ਕੀਤੀ ਜਾਂਦੀ, ਤਾਂ ਮੈਂ ਵਿਧਾਨ ਸਭਾ ਦੇ ਵਿੱਚ ਆਉਣ ਵਾਲੀ ਵਿਧਾਨ ਸਭਾ 'ਚ ਰੈਜ਼ੋਲੂਸ਼ਨ ਲੈ ਕੇ ਆਊਂਗਾ ਕਿ ਇਸ ਰਿਪੋਰਟ ਨੂੰ ਪਬਲਿਕ ਕੀਤਾ ਜਾਵੇ। ਹੁਣ ਉਹ ਕਹਿ ਕਿਹਨੂੰ ਰਹੇ ਹੈ? ਕੀ ਉਹ ਮਮਤਾ ਬੈਨਰਜੀ ਨੂੰ ਕਹਿ ਰਹੇ ਹੈ, ਜਾਂ ਫਿਰ ਜੋ ਬਾਈਡਨ ਨੂੰ ਇਹ ਗੱਲ ਕਹਿ ਰਹੇ ਹੈ, ਜਾਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ 'ਚ ਕਹਿ ਰਹੇ ਆ ਵੀ ਲਿਆਓ ਨਹੀਂ ਤਾਂ ਮੈਂ ਰੈਜ਼ੋਲੂਸ਼ਨ ਲੈ ਕੇ ਆਊਂਗਾ? ਆਪਣੀ ਹੀ ਸਰਕਾਰ ਦੇ, ਜਿਸ ਦੇ ਤੁਸੀਂ ਪਾਰਟੀ ਪ੍ਰਧਾਨ ਹੋ ਸੂਬੇ ਦੇ, ਉਸੇ ਮੁੱਖ ਮੰਤਰੀ ਨੂੰ ਇੰਡਾਇਰੈਕਟਲੀ ਤੁਸੀਂ ਕਹਿ ਰਹੇ ਹੋ ਕਿ ਲੈ ਕੇ ਆਓ ਜੀ, ਨਹੀਂ ਤਾਂ ਮੈਂ ਰੈਜ਼ੋਲੂਸ਼ਨ ਲੈ ਕੇ ਆਊਂਗਾ। ਇਹ ਇੱਥੋਂ ਕੀ ਕਲੈਰਿਟੀ ਕੀ ਮਿਲ ਰਹੀ ਹੈ ਕਿ ਹਾਲੇ ਵੀ ਸਵਾਲ ਪੰਜਾਬ ਤੇ ਪੰਜਾਬੀਅਤ ਦਾ ਜਿਹੜਾ ਹੈ ਉਹ ਨਹੀਂ ਹੈ। ਸਵਾਲ ਇਹ ਨਹੀਂ ਹੈ ਕਿ ਜਿਹੜੇ ਨਸ਼ੇ ਦੇ ਚਿੱਟੇ ਦੇ ਸੁਦਾਗਰ ਹੈ ਉਹ ਜੇਲ੍ਹਾਂ ਮਗਰ ਜਾਣ, ਜਾਂ ਵਿਕਰਮ ਮਜੀਠੀਆ ਦੀ ਉਹਦੇ 'ਚ ਇਨਵੋਲਵਮੈਂਟ ਹੈ ਕਿ ਨਹੀਂ ਹੈ। ਜੇ ਹੈ ਤਾਂ ਉਹ ਕਲੀਅਰ ਕੀਤੀ ਜਾਵੇਗੀ। ਸਵਾਲ ਇਹ ਨਹੀਂ ਹੈ। ਸਵਾਲ ਇਹ ਹੈ ਕਿ ਜੇ ਤੁਸੀਂ ਡਾਇਰੈਕਟਲੀ ਆਪਣੇ ਹੀ CM ਨੂੰ ਕੁਐਸਚਨ ਕਰ ਰਹੇ ਹੋ। ਹੁਣ ਇੱਥੇ ਸਵਾਲ ਜਿਹੜਾ ਪ੍ਰਵਿੰਦਰ ਉਹ ਹੈ ਕਿ ਤੱਕੜੀ ਦੇ ਵਿੱਚ ਜਦੋਂ ਤੁਲਦੇ ਪਏ ਆ ਤਾਂ ਆਪਣਾ ਪੱਲੜਾ ਭਾਰੀ ਕਰਨਾ ਹੈ ਕਿ ਜਿਹੜੀ ਸਟ੍ਰੈਟਜੀ, ਮੈਨੂੰ ਲੱਗ ਰਿਹਾ ਕਿ ਜਿਹੜੀ ਸਟ੍ਰੈਟਜੀ ਤੇ ਸਾਰੇ ਹੀ ਪੰਜਾਬ ਹੁਣ ਜਾਣ ਹੀ ਗਿਆ ਤਕਰੀਬਨ, ਕਾਂਗਰਸ ਕੰਮ ਕਰ ਰਹੀ ਹੈ ਕਿ ਤੁਹਾਡੇ ਕੋਲੇ ਰਾਹ ਨਹੀਂ ਸੀਗਾ ਅਗਲੀਆਂ ਚੋਣਾਂ ਜਾਣ ਦਾ। ਤੁਹਾਨੂੰ ਲੋਕਾਂ ਨੇ ਬੇਅਦਬੀ ਤੇ ਸਵਾਲ ਕਰਨੇ ਸੀ, ਤੁਹਾਨੂੰ ਨਸ਼ੇ ਤੇ ਸਵਾਲ ਕਰਨੇ ਸੀ। ਤੁਸੀਂ ਲੋਕਾਂ ਦੇ ਜਾਂ ਵਿਰੋਧੀ ਧਿਰਾਂ ਦੇ ਸਵਾਲ ਕਰਨ ਤੋਂ ਪਹਿਲਾਂ ਆਪ ਹੀ ਸਵਾਲ ਕਰਤਾ ਔਰ ਆਪਣੇ CM ਨੂੰ ਕਲਪਰੇਟ ਬਣਾ ਕੇ ਪੇਸ਼ ਕਰਤਾ ਕਿ CM ਰਲਿਆ ਸੀਗਾ ਉਹਨਾਂ ਦੇ ਨਾਲ, ਇਹਨੇ ਕੱਖ ਨਹੀਂ ਕੀਤਾ। ਸਾਡੀ ਸਰਕਾਰ, ਜਦੋਂ ਉਹ ਕਹਿੰਦੇ ਕਿ 3 ਰੁਪਏ ਯੂਨਿਟ ਕਰ ਦਿਆਂਗੇ, ਸਾਡੀ ਸਰਕਾਰ ਆ ਜੇ, ਕਿਹਦੀ ਸਰਕਾਰ ਆ ਜੀ ਮੈਨੂੰ ਦੱਸੋ? ਹੁਣ ਕਿਮ ਜੋਂਗ ਦੀ ਸਰਕਾਰ ਚੱਲ ਰਹੀ ਹੈ ਇੱਥੇ ਪੰਜਾਬ ਦੇ ਵਿੱਚ, ਹੁਣ ਵੀ ਤਾਂ ਕਾਂਗਰਸ ਦੀ ਸਰਕਾਰ ਹੈ ਨਾ, ਔਰ ਕਾਂਗਰਸ ਨੈਸ਼ਨਲ ਪਾਰਟੀ ਹੈ। ਇਹਦੀ ਜਵਾਬਦੇਹੀ ਕੱਲੀ ਕੈਪਟਨ ਅਮਰਿੰਦਰ ਸਿੰਘ ਜਾਂ ਕੱਲੀ ਨਵਜੋਤ ਸਿੱਧੂ ਐਜ਼ ਅ ਪ੍ਰਧਾਨ ਨਹੀਂ ਹੈ। ਜੇ ਫੈਸਲੇ ਦਿੱਲੀ ਜਾ ਕੇ ਜਦੋਂ ਕਾਰਾਂ ਦੇ ਹੂਟਰ ਵੱਜਦੇ ਦਿੱਲੀ ਪਹੁੰਚਦੇ ਤਾਂ ਫਿਰ ਜਵਾਬਦੇਹੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਦੀ ਵੀ ਓਨੀ ਬਣ ਜਾਂਦੀ ਹੈ। ਉਹ ਇਸ ਗੱਲ ਦਾ ਪੰਜਾਬੀਆਂ ਨੂੰ ਜਵਾਬ ਦੇ ਦੇਣ ਕਿ ਤੁਹਾਡਾ ਮੋਟਿਵ ਕੀ ਹੈ। ਕੀ ਤੁਸੀਂ ਇਹ ਕਰਨਾ ਚਾਹ ਰਹੇ ਹੋ ਕਿ ਪੱਲੜਾ ਭਾਰੀ ਕਰਕੇ ਆਪਦਾ, ਔਰ ਤੁਸੀਂ ਆਪਣੇ ਆਪ ਨੂੰ ਵੱਡਾ ਕਰ ਰਹੇ ਹੋ, ਔਰ ਤੁਸੀਂ ਇੱਕ ਇੰਡੀਵਿਜੂਅਲ ਦੀ ਰਾਜਨੀਤੀ, ਜਿਵੇਂ ਪ੍ਰਸ਼ਾਂਤ ਕਿਸ਼ੋਰ ਲੈ ਕੇ ਆਏ ਦੇ, ਪ੍ਰਸ਼ਾਂਤ ਕਿਸ਼ੋਰ ਨੇ ਇੰਡੀਵਿਜੂਅਲਿਜ਼ਮ ਦੀ ਰਾਜਨੀਤੀ ਜਿਹੜੀ ਹੈ ਉਹ ਚਮਕਾਈ ਹੈ। ਨਰਿੰਦਰ ਮੋਦੀ ਇੰਡੀਵਿਜੂਅਲ ਦੀ ਰਾਜਨੀਤੀ ਹੈ ਕਿ ਉਹ ਪਾਰਟੀ ਨਾਲੋਂ ਵੀ ਕਿਸੇ ਨੂੰ ਵੱਡਾ ਕਰ ਦਿਓ। ਯੂਪੀ 'ਚ ਕੀ ਹੋ ਰਿਹਾ? ਯੂਪੀ 'ਚ ਯੋਗੀ ਆਦਿੱਤਿਆਨਾਥ ਇੰਡੀਵਿਜੂਅਲ ਨੂੰ ਵੱਡਾ ਕੀਤਾ ਜਾ ਰਿਹਾ। ਗੁਜਰਾਤ 'ਚ ਮੋਦੀ ਨੂੰ ਵੱਡਾ ਕੀਤਾ ਗਿਆ। ਈਵਨ ਮਮਤਾ ਬੈਨਰਜੀ ਇੰਡੀਵਿਜੂਅਲ ਰਾਜਨੀਤੀ ਜਿਹੜੀ ਹੈ, ਨਿਤਿਸ਼ ਕੁਮਾਰ ਦੁਬਾਰਾ ਐਵੇਂ ਹੀ ਸਰਕਾਰ ਬਣਾਉਂਦੇ ਜਦੋਂ ਆਉਂਦੇ ਆ। ਤਾਂ ਇਹ ਸਾਰਾ ਕੀ ਹੋਇਆ ਕਿ ਇੰਡੀਵਿਜੂਅਲ ਨੂੰ ਇੰਨਾ ਵੱਡਾ ਕਰ ਦਿਓ। ਜਦੋਂ ਤੁਹਾਡੇ ਯਾਦ ਹੋਣਾ ਮੁਲਾਇਮ ਸਿੰਘ ਤੋਂ ਬਾਅਦ, ਮੁਲਾਇਮ ਸਿੰਘ ਏਡੇ ਵੱਡੇ ਲੀਡਰ ਸੀਗੇ, ਤਾਂ ਜਦੋਂ ਉਹਨਾਂ ਦੇ ਪੁੱਤਰ ਨੂੰ ਲਾਂਚ ਕੀਤਾ ਤੇ ਉਹਨਾਂ ਨੂੰ ਜਦੋਂ ਸਾਈਕਲ ਤੇ ਯਾਤਰਾ ਕੀਤੀਆਂ ਸੀ, ਟੋਪੀ ਪਾ ਕੇ ਪੂਰੇ ਸਾਈਕਲ ਤੇ ਅਖਿਲੇਸ਼ ਯਾਦਵ ਘੁੰਮੇ, ਤਾਂ ਅਖਿਲੇਸ਼ ਯੂਥ ਦਾ ਨੇਤਾ ਹੈ, ਅਖਿਲੇਸ਼ ਹੋਇਆ। ਸਮਾਜਵਾਦੀ ਪਾਰਟੀ ਪਿੱਛੇ ਕਰ ਦਿੱਤੀ ਗਈ। ਅੱਜ ਪਿਛਲੀ ਚੋਣ ਦੇ ਵਿੱਚ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਸੀਗਾ, ਕਾਂਗਰਸ ਦੀ ਸਰਕਾਰ ਨਹੀਂ ਸੀਗਾ। ਇਸ ਵਾਰੀ ਸਿੱਧੂ ਨੂੰ ਵੱਡਾ ਕੀਤਾ ਜਾ ਰਿਹਾ। ਹੁਣ ਤਾਂ ਜੇ ਤੁਹਾਡਾ ਮੋਟਿਵ ਵਾਕਈ ਇਹ ਹੈ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਜੇ ਵਿਕਰਮ ਮਜੀਠੀਆ ਨੇ ਨਸ਼ਾ ਵਿਕਵਾਇਆ, ਉਹਨਾਂ ਦੀ ਇਨਵੋਲਵਮੈਂਟ ਹੈ, ED ਜਾਂ ਤੁਹਾਡੀਆਂ ਜਿਹੜੀ STF ਦੀ ਰਿਪੋਰਟ ਦੇ ਵਿੱਚ ਕੋਈ ਇਹੋ ਜਿਹੀ ਗੱਲ ਆਈ ਹੈ, ਤਾਂ ਤੁਸੀਂ ਟਵੀਟ ਕਰਨ ਦੀ ਬਜਾਏ ਆਪਦੇ ਡਰਾਇੰਗ ਰੂਮ 'ਚ ਬੈਠ ਕੇ CM ਦੇ ਨਾਲ, ਜੇ CM ਨਹੀਂ ਮੰਨਦਾ ਕੁਝ ਕਰਨ ਦੀ, ਤਾਂ ਰਾਹੁਲ ਗਾਂਧੀ ਕੋਲੇ ਹੁਣ ਤਾਂ ਤੁਸੀਂ ਪ੍ਰਧਾਨ ਹੋ ਨਾ, ਤੁਸੀਂ ਐਕਸ਼ਨ ਲਓ। ਤੁਸੀਂ ਕੀ ਐਕਸ਼ਨ ਲਿਆ? ਕਿ ਤੁਸੀਂ CM ਨੂੰ ਸਟੇਟਸ ਰਿਪੋਰਟ, CM ਨੂੰ ਤਾਂ ਪਤਾ ਹੀ ਹੈ ਨਾ ਉਸ ਰਿਪੋਰਟ 'ਚ ਕੀ ਹੈ। STF ਚੀਫ ਨੇ ਆਪਦੇ DGP ਨੂੰ ਤੇ CM ਨੂੰ ਤਾਂ ਦੱਸਿਆ ਨਾ ਕੀ ਹੈ ਰਿਪੋਰਟ ਦੇ ਵਿੱਚ ਜਿਹੜੀ ਫਾਈਲ ਕੀਤੀ ਹੈ।
ਇਹ ਤਾਂ ਬਟ ਆਬਵੀਅਸ ਗੱਲ ਹੈ। ਇਹ ਚਾਹੇ ਉਹ ਬੰਦ ਲਿਫਾਫੇ ਦੇ ਵਿੱਚ ਪਈ ਹੈ, ਸੀਐਮ ਤੇ ਡੀਜੀਪੀ ਤਾਂ ਜਾਣਦੇ ਹੈ ਨਾ, ਇਹ ਤਾਂ ਨਵਜੋਤ ਸਿੱਧੂ ਵੀ ਜਾਣਦੇ ਨੇ ਕੀ ਹੈ। ਤਾਂ ਤੁਸੀਂ ਉਸ ਰਿਪੋਰਟ ਨੂੰ ਜਨਤਕ ਕਰਨ ਦਾ, ਟਵੀਟ ਕਰਨ ਦਾ, ਜਾਂ ਫਿਰ ਦੁਬਾਰਾ ਤੁਸੀਂ ਉਸ ਨੂੰ ਕਰਨ ਦੀ ਬਜਾਏ ਤੁਸੀਂ ਆਪਦੀ ਪਾਰਟੀ ਦੇ ਵਿਦਨ ਪਾਰਟੀ ਸਵਾਲ ਚੁੱਕੋ ਨਾ। ਤਾਂ ਇਟ ਮੀਨਸ ਕੀ ਕਰ ਰਹੇ ਹੋ ਤੁਸੀਂ? ਬੇਸਿਕਲੀ ਆਪਦਾ ਪੱਲੜਾ ਭਾਰੀ ਲੋਕਾਂ 'ਚ ਇਮੇਜ ਬਿਲਡਿੰਗ ਹੈ ਜਿਹੜੀ ਤੁਹਾਡੀ, ਕਿ ਦੇਖੋ ਮੈਂ ਸਰਕਾਰ ਹੁਣ ਆਉਣ ਵਾਲੀ ਹੈ, ਦੁਬਾਰਾ ਵਿਕਰਮ ਮਜੀਠੀਆ ਦੇ ਉੱਤੇ ਸਵਾਲ ਖੜਾ ਕਰ ਰਿਹਾ ਕਿ ਵਿਕਰਮ ਮਜੀਠੀਆ ਨੂੰ ਕੀ ਤੁਸੀਂ ਕੀਤਾ, ਜਾਂ ਤੁਸੀਂ ਰਿਪੋਰਟ ਜਿਹੜੀ ਜਨਤਕ ਕਿਉਂ ਨਹੀਂ ਕੀਤੀ, ਜਾਂ ਪਬਲਿਕ ਡੋਮੇਨ 'ਚ ਰਿਪੋਰਟ ਲੈ ਕੇ ਆਓ। ਮੈਂ ਵਿਧਾਨ ਸਭਾ 'ਚ ਰੈਜ਼ੋਲੂਸ਼ਨ ਲੈ ਕੇ ਆਊਂਗਾ ਇਹਦੇ ਬਾਰੇ। ਤਾਂ ਸਵਾਲ ਇਹ ਵੀ ਤਾਂ ਉੱਠਦਾ ਕਿ ਆਖਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ, ਕਿਉਂਕਿ ਲੋਕਾਂ ਵੱਲੋਂ ਵੀ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਸ਼ੁਰੂ ਤੋਂ ਕਿ ਕਾਂਗਰਸ ਔਰ ਅਕਾਲੀ ਦਲ ਦੀ ਮਿਲੀ ਭੁਗਤ ਹੈ, ਪਰ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਸ ਰਿਪੋਰਟ ਦੇ ਉੱਤੇ? ਇਹ ਵੀ ਸਵਾਲ ਅਹਿਮ ਨਹੀਂ, ਇਹ ਤਾਂ ਸਵਾਲ ਹੈਗਾ ਹੀ ਹੈ, ਇਹ ਤਾਂ ਆਪਣੇ ਆਪ 'ਚ ਵੱਡਾ ਸਵਾਲ ਹੈਗਾ ਹੀ ਹੈ, ਪਰ ਉਸ ਸਵਾਲ ਨੂੰ ਪ੍ਰੈਜ਼ੈਂਟ ਕਿਵੇਂ ਕੀਤਾ ਜਾ ਰਿਹਾ ਇਹ ਬਹੁਤ ਵੱਡਾ ਸਵਾਲ ਹੈ। ਕੀ ਪੰਜਾਬ ਦਾ ਭਲਾ ਦੇਖਿਆ ਜਾ ਰਿਹਾ ਉਹਦੇ 'ਚ, ਜਾਂ ਫਿਰ ਆਪਦੇ ਵੈਸਟਡ ਇੰਟਰਸਟ ਪੂਰੇ ਕੀਤੇ ਜਾ ਰਹੇ ਆ? ਇਹ ਤਾਂ ਸਵਾਲ ਹੈਗਾ ਹੀ ਹੈ ਕਿ ਕੀ ਰਿਪੋਰਟ ਕੀ ਕਹਿੰਦੀ ਹੈ, ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆ। ਦੱਸੋ ਤੁਸੀਂ ਕਿ ਕੀ ਇਨਵੋਲਵਮੈਂਟ ਹੈਗੀ ਵਿਕਰਮ ਮਜੀਠੀਆ ਦੀ ਕਿ ਨਹੀਂ ਹੈਗੀ? ਜੇ ਹੈਗੀ ਹੈ ਤਾਂ ਕਾਰਵਾਈ ਕੀ ਕੀਤੀ ਹੈ, ਜੇ ਨਹੀਂ ਹੈਗੀ ਤਾਂ ਫਿਰ ਵੀ ਕਿਉਂ ਲੁਕੋ ਕੇ ਰੱਖੀ ਹੈ ਤੁਸੀਂ? ਇਸੇ ਤਰ੍ਹਾਂ ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਦੋਂ ਟੇਬਲ ਹੋਈ ਸੀਗੀ ਤਾਂ ਉਦੋਂ ਵੀ ਤਾਂ ਚੀਜ਼ਾਂ ਬਹੁਤ ਸਾਰੀਆਂ ਸਾਹਮਣੇ ਆਈਆਂ ਨਾ। ਉਸੇ ਤਰ੍ਹਾਂ ਜੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਚਲਾਨ ਪੇਸ਼ ਹੋਇਆ ਉਹਦੇ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ। ਹਾਲਾਂਕਿ ਬਾਅਦ 'ਚ ਕੋਰਟ ਨੇ ਉਹਨੂੰ ਜਿਸ ਤਰੀਕੇ ਦੇ ਨਾਲ ਲਿਆ ਅਸੀਂ ਸਾਰੇ ਜਾਣਦੇ ਹਾਂ, ਤੇ ਫਿਰ ਉਹ ਸਿਆਸਤ 'ਚ ਆ ਜਾਂਦੇ ਆ। ਪਰ ਸਵਾਲ ਕੁਐਸਚਨ ਇੱਥੇ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਐਟਲੀਸਟ ਇਸ ਵਾਰੀ ਬੇਅਦਬੀ ਦੇ ਉੱਤੇ, ਨਸ਼ਿਆਂ ਦੇ ਉੱਤੇ ਦੂਜਾ ਇਲੈਕਸ਼ਨ ਸਿਆਸਤਦਾਨਾਂ ਨੂੰ ਲੜਨ ਨਹੀਂ ਦੇਣਾ ਚਾਹੀਦਾ। ਇਹ ਪੰਜਾਬੀਆਂ ਨੂੰ ਤੁਸੀਂ ਸਵਾਲ ਕਰ ਲਓ, ਤੁਸੀਂ ਰਿਪੋਰਟ ਮੰਗ ਲਓ, ਤੁਸੀਂ ਜੇ ਵਿਕਰਮ ਮਜੀਠੀਆ ਜ਼ਿੰਮੇਦਾਰ ਨੇ ਤਾਂ ਟੰਗ ਦਿਓ ਉਹਨਾਂ ਨੂੰ, ਲੇਕਿਨ ਉਹ ਲਾਅ ਦੇ ਤਹਿਤ ਚੀਜ਼ਾਂ ਹੋਣਗੀਆਂ, ਰਿਪੋਰਟਸ ਹੋਣਗੀਆਂ, ਟੇਬਲ ਹੋਣਗੀਆਂ। ਪਰ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਸਿਰਫ ਟਵੀਟਸ ਕਰਕੇ ਔਰ ਲੋਕਾਂ ਦੇ ਅੱਗੇ ਆਪਦੀ ਇਮੇਜ ਬਿਲਡਿੰਗ ਕਰ ਰਹੇ ਹੋ, ਤੁਸੀਂ ਹੁਣ ਤਾਂ ਤੁਸੀਂ ਪ੍ਰਧਾਨ ਹੋ, ਸੀਐਮ ਤੁਹਾਡੇ ਨੇ, ਜੇ ਪਾਰਟੀ ਦੇ ਉੱਪਰ ਜੇ ਟੌਪ ਤੇ ਲੀਡਰਸ਼ਿਪ ਦਿੱਲੀ ਵਾਲੀ ਨੂੰ ਇਹ ਸਮਝ ਨਹੀਂ ਪੈ ਰਿਹਾ ਕਿ ਤੁਹਾਡਾ ਪ੍ਰਧਾਨ ਹਰ ਰੋਜ਼ ਤੁਹਾਡੇ ਸੀਐਮ ਨੂੰ, ਫਿਰ ਤੁਸੀਂ ਇਟ ਮੀਨਸ ਕਿ ਪੰਜਾਬ ਦੇ ਲੋਕਾਂ ਦੀ ਅੱਖਾਂ 'ਚ ਧੂੜ ਪਾ ਰਹੇ ਹੋ। ਤੁਹਾਨੂੰ ਪਤਾ ਹੈ ਵੀ ਤੁਹਾਡਾ ਸੀਐਮ ਚੰਗਾ ਨਹੀਂ ਹੈ, ਫਿਰ ਤੁਸੀਂ ਸੀਐਮ ਲਾ ਕਿਉਂ ਰੱਖਿਆ ਉਹਨਾਂ ਨੂੰ? ਤਾਂ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਜੇ ਤੁਸੀਂ ਇਹ ਜਾਣਦੇ ਹੋ ਕਿ ਸਾਡਾ ਸੀਐਮ ਕਾਰਵਾਈ ਨਹੀਂ ਕਰ ਰਿਹਾ, ਤਾਂ ਕੀ ਰਾਹੁਲ ਗਾਂਧੀ ਨੂੰ ਇਹ ਟਵੀਟ ਨਹੀਂ ਦਿਸੇ, ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ ਨੂੰ ਇਹ ਟਵੀਟਸ ਨਹੀਂ ਦਿਸ ਰਹੇ, ਜਾਂ ਉਹ ਡੈਲੀਬਰੇਟਲੀ ਕਰਾ ਰਹੇ ਹੈ ਕਿ ਉਹਨਾਂ ਨੂੰ ਉਹ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਹੀ ਨਹੀਂ ਸਕਦੇ ਸੀ, ਜਾਂ ਉਹ ਚਾਹੁੰਦਾ ਹੀ ਨਹੀਂ ਕਿ ਅਗਲੇ 6 ਮਹੀਨੇ ਨਵਜੋਤ ਸਿੱਧੂ ਨੂੰ ਕੋਈ ਹੋਰ ਮੌਕਾ ਦੇ, ਜਾਂ ਲੋਕ ਕਹਿੰਦੇ ਕਿ ਸੀਐਮ ਬਣਾ ਦੇਣਗੇ, ਉਹ ਚਾਹੁੰਦੇ ਹੀ ਨਹੀਂ ਕਿ ਸੀਐਮ ਬਣਾਇਆ ਜਾਵੇ। ਉਹ ਚਾਹੁੰਦੇ ਆ ਕਿ ਅਗਲੇ 6 ਮਹੀਨੇ ਕੈਪਟਨ ਹੀ ਰਹਿਣ, ਔਰ ਕੈਪਟਨ ਨੂੰ ਇਸ ਹੱਦ ਤੱਕ ਅਸੀਂ ਥੱਲੇ ਸਿੱਟਦੀ। ਔਰ ਗਲਤੀਆਂ ਤਾਂ ਹੈਗੀਆਂ ਨਾ, ਕੈਪਟਨ ਅਮਰਿੰਦਰ ਸਿੰਘ ਦੀਆਂ। ਬੇਅਦਬੀ ਤੇ ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ, ਨਸ਼ਿਆਂ ਤੇ ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ? ਤਾਂ ਉਹ ਜਦੋਂ ਤਾਂ ਸਾਰੇ ਬੈਠ ਕੇ ਰਲੇ ਸੀ ਸਾਰੇ, ਉਹ ਸਵਾਲ ਕੱਲਾ ਕੈਪਟਨ ਤੇ ਨਹੀਂ, ਫਿਰ ਸਾਰਿਆਂ ਤੇ ਹੋਣਾ ਚਾਹੀਦਾ ਨਾਲ। ਜਿੰਨੇ ਵਜ਼ੀਰ ਨੇ ਸਾਰੇ ਦੇ ਸਾਰੇ ਵਜ਼ੀਰਾਂ ਨੂੰ ਵੀ ਉਸ ਕਟਹਿਰੇ 'ਚ ਖੜਾ ਕਰੋ, ਜਾਂ ਅਗਲੀ ਵਾਰੀ ਇਹ ਵੀ ਪ੍ਰੋਮਿਸ ਕਰੋ ਕਿ ਉਹ ਸਾਰੇ ਜਿਹੜੇ ਪੰਜਾਬ ਦੇ ਲੋਕਾਂ ਨੂੰ, ਜੇ ਤੁਸੀਂ ਇਸ ਤਰੀਕੇ ਨਾਲ ਕਹਿ ਰਹੇ ਹੋ ਕਿ ਸਰਕਾਰ ਜ਼ਿੰਮੇਦਾਰ ਹੈ, ਜਾਂ ਸਰਕਾਰ ਜਵਾਬ ਦੇਵੇ ਕਿ ਸਰਕਾਰ ਨੇ ਕਿਉਂ ਨਹੀਂ ਕੀਤਾ ਕੁਛ, ਸਰਕਾਰ ਨੇ ਜਨਤਕ ਕਿਉਂ ਨਹੀਂ ਕੀਤੀਆਂ, ਸਰਕਾਰ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ, ਜਦੋਂ ਜਨਤਕ ਕਰੋਗੇ ਤਾਂ ਇਹਦੇ ਵਿੱਚ ਨੋਟੀਫਾਈ ਕਰ ਦਿਓ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਸਾਡਾ ਸੀਐਮ ਜ਼ਿੰਮੇਦਾਰ ਹੈ, ਨਾਲ ਆ ਫਲਾਨੇ ਮੰਤਰੀ, ਨਾਲ ਆ ਬੰਦੇ, ਨਾਲ ਆ ਬਿਊਰੋਕਰੇਟ ਜ਼ਿੰਮੇਦਾਰ ਹੈ, ਅਸੀਂ ਅਗਲੀਆਂ ਚੋਣਾਂ 'ਚ ਇਹਨਾਂ ਦਾ ਚਿਹਰਾ ਤੁਹਾਨੂੰ ਨਹੀਂ ਦੇਵਾਂਗੇ ਜੀ। ਕਰੋ ਪ੍ਰੋਮਿਸ ਇਹ ਗੱਲ। ਜਾਂ ਫਿਰ ਤੁਸੀਂ ਸਿਰਫ ਪੰਜਾਬ, ਦਰਅਸਲ ਅੱਜ ਦੀ ਸਿਚੁਏਸ਼ਨ ਕੀ ਹੈ ਕਿ ਦੁਬਾਰਾ ਮੈਂ ਸੋਚਦਾ ਸੀਗਾ ਕਿਸਾਨ ਅੰਦੋਲਨ ਤੋਂ ਬਾਅਦ ਮੈਨੂੰ ਲੱਗਿਆ ਸੀਗਾ ਕਿ ਪੰਜਾਬ ਦੇ ਲੋਕ ਚੇਤਨ ਹੋ ਰਹੇ ਹੈ, ਪਰ ਉਹ ਭੁਲੇਖਾ ਸੀਗਾ। ਤੁਸੀਂ ਦੇਖੋ ਦੁਬਾਰਾ ਉਹੀ ਚੀਜ਼ਾਂ, ਉਹੀ ਮੁੱਦੇ, ਕਦੇ SYL ਤੇ ਚੋਣ ਲੜੀ ਜਾਂਦੀ ਸੀ 17 ਦੀ ਇਲੈਕਸ਼ਨ ਤੋਂ ਬਾਅਦ, ਹੁਣ ਆ ਦੂਜੀ ਇਲੈਕਸ਼ਨ ਆ ਗਈ, ਬੇਅਦਬੀ, ਨਸ਼ਾ ਖਤਮ ਕਿਉਂ ਨਹੀਂ ਹੋ ਸਕਿਆ? ਪਿਛਲੇ 4 ਸਾਲਾਂ ਦੇ ਵਿੱਚ ਵਿਕਰਮ ਮਜੀਠੀਆ ਤਾਂ ਪਿਛਲੀ ਸਰਕਾਰ 'ਚ ਸੀ, ਉਦੋਂ ਪਿਛਲੀ ਸਰਕਾਰ 'ਚ ਸੀ, ਅੱਜ ਵੀ ਚਿੱਟਾ ਵਿਕ ਰਿਹਾ, ਇਸ ਗੱਲ ਦੀ ਵੀ ਜਨਤਕ ਕਰ ਦਿਓ ਰਿਪੋਰਟ। ਤਾਂ ਸਵਾਲ ਵਿਕਰਮ ਮਜੀਠੀਆ ਦਾ ਨਹੀਂ ਹੈ, ਜਾਂ ਸਵਾਲ ਰਿਪੋਰਟ ਜਨਤਕ ਹੋਣ ਦਾ ਨਹੀਂ ਹੈ। ਸਵਾਲ ਹੈ ਕਿ ਤੁਸੀਂ ਕਿਸ ਇੰਟੈਂਸ਼ਨ ਦੇ ਨਾਲ ਸਿਆਸਤ ਕਰ ਰਹੇ ਹੋ। ਕੀ ਤੁਸੀਂ ਚਾਹੁੰਦੇ ਹੋ ਕਿ ਵਾਕਈ ਪੰਜਾਬ ਦਾ ਭਲਾ ਹੋਵੇ, ਔਰ ਜਿਹੜੇ ਚਿੱਟੇ ਦੇ ਨਸ਼ੇ ਦੇ ਸੁਦਾਗਰ ਨੇ ਉਹ ਪਿੱਛੇ ਜਾਣੋ, ਕੋਈ ਵੀ ਹੋਵੇ, ਉਹ ਵਿਕਰਮ ਮਜੀਠੀਆ ਹੋਵੇ, ਕੋਈ ਵੀ ਹੋਵੇ, ਜਾਂ ਸਿਰਫ ਤੁਸੀਂ
ਆਪਣਾ ਪੱਲੜਾ ਭਾਰੀ ਹੁਣ ਵਿਦਨ ਦਾ ਪਾਰਟੀ ਕਰ ਰਹੇ ਹੋ ਤੁਸੀਂ, ਹੁਣ ਨੱਪ ਲਿਆ ਹੋਇਆ ਤਾਂ ਹੁਣ ਤੁਸੀਂ ਵਿਦਨ ਦਾ ਪਾਰਟੀ ਆਪਣੇ ਆਪ ਨੂੰ ਹੋਰ ਸਟਰੋਂਗ ਕਰਕੇ ਲੋਕਾਂ ਦੇ ਸਾਹਮਣੇ ਮਸੀਹਾ ਬਣ ਕੇ, ਔਰ ਉਸ ਤੋਂ ਬਾਅਦ ਇਹ ਕਹੋ, ਜਦੋਂ ਕਿੱਡੀ ਹਾਸੋ ਵਾਲੀ ਗੱਲ ਹੈ ਜਦੋਂ ਪਾਰਟੀ ਦਾ ਪ੍ਰਧਾਨ ਕਹਿ ਰਿਹਾ ਸਾਡੀ ਸਰਕਾਰ ਆਊਗੀ ਤਾਂ 3 ਰੁਪਏ ਯੂਨਿਟ ਦੇ ਦੇਵਾਂਗੇ। ਮਤਲਬ ਕਿਮ ਜੋਂਗ ਦੀ ਸਰਕਾਰ ਚੱਲੀ ਜਾਂਦੀ ਹੈ। ਕਿਤੇ ਨਾ ਕਿਤੇ ਸਿੱਧੂ ਸਾਹਿਬ ਇਹ ਕਹਿਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਵੀ ਜੇ ਮੈਂ ਅਗਲਾ ਸੀਐਮ ਹੁੰਨਾ ਤਾਂ 3 ਰੁਪਏ ਯੂਨਿਟ ਦੇਵਾਂਗਾ। ਬਟ ਆਬਵੀਅਸ ਹੈ ਨਾ, ਲੋਕ ਸਮਝਦੇ ਇਹਨਾਂ ਗੱਲਾਂ ਨੂੰ। ਹੁਣ ਆਹ ਟਵੀਟਸ ਤੋਂ ਵੀ ਤਾਂ ਲੋਕ ਸਮਝਦੇ ਹੈ ਨਾ। ਤੁਸੀਂ ਹਰ ਰੋਜ਼ ਇਹ ਰੌਲਾ ਪਾ ਰਹੇ ਹੋ, ਜਾਂ ਤੁਸੀਂ ਪਿਛਲੇ 2.5 ਸਾਲ ਕਿਉਂ ਨਹੀਂ ਇਹ ਜਨਤਕ ਹੋਣ ਦੀ ਮੰਗ ਕੀਤੀ, ਜਾਂ ਤੁਸੀਂ ਕਿਉਂ ਨਹੀਂ ਰੌਲਾ ਪਾਇਆ? ਤੁਸੀਂ ਧਰਨਾ ਦਿੰਦੇ ਬਹਿ ਕੇ, ਤੁਸੀਂ ਬਹਿ ਜਾਂਦੇ ਸਰਕਾਰ ਇੱਥੇ ਮੋਤੀ ਮਹਿਲ ਆ ਕੇ ਤੁਹਾਡਾ ਪਟਿਆਲਾ ਆਪਣਾ ਕਰੇ, ਤੁਸੀਂ ਬਹਿ ਜਾਂਦੇ ਆ ਕੇ, ਤੁਸੀਂ ਸਵਾਲ ਕਰਦੇ, ਤੁਸੀਂ ਚੁੱਪ ਰਹੇ ਇੰਨੀ ਦੇਰ, ਤੁਸੀਂ ਵੇਟ ਕੀਤੀ, ਤੁਹਾਡੀ ਸਟ੍ਰੈਟਜੀ ਸੀਗੀ ਇਹ। ਔਰ ਤੁਸੀਂ ਠੀਕ ਹੈ ਸਿਆਸਤ ਕਰਨੀ ਹੈ, ਤੁਸੀਂ ਤੁਹਾਡਾ ਰਾਈਟ ਹੈ, ਤੁਸੀਂ ਕੋਈ ਵੀ ਸਿਆਸਤਦਾਨ ਹੈ, ਕੀ ਨਵਜੋਤ ਸਿੱਧੂ ਨਹੀਂ, ਸੁਖਬੀਰ ਬਾਦਲ ਹੋਣ, ਕੋਈ ਹੋਣ, ਸਾਰੇ ਹੀ 400 ਯੂਨਿਟ ਦੇ ਰਿਹਾ, ਕੋਈ 300 ਯੂਨਿਟ ਦੇ ਰਿਹਾ, ਕੋਈ 3 ਰੁਪਏ ਯੂਨਿਟ ਦੇ ਰਿਹਾ, ਉਹ ਆਪੋ ਆਪਣੇ ਪੋਪੂਲਿਸਟ ਵਾਅਦੇ ਕਰਨੇ ਆ ਸਿਆਸਤਦਾਨਾਂ ਨੇ। ਪਰ ਕੁਐਸਚਨ ਇਹ ਹੈ ਕਿ ਘੱਟੋ ਘੱਟ ਪੰਜਾਬ ਦੇ ਲੋਕ ਜਾਗਣ, ਪੰਜਾਬ ਦੇ ਲੋਕ ਇੰਟੈਂਸ਼ਨ ਸਮਝਣ। ਉਸ ਤੋਂ ਬਾਅਦ ਦੇਖੋ, ਚਾਹੇ ਕਹਿੰਦੇ ਨਾ ਤੁਸੀਂ ਮਾੜਾ ਕੰਮ ਵੀ ਕਰ ਲਓਗੇ, ਗੈਂਗਸਟਰ ਵੀ ਚੋਣਾਂ 'ਚ ਖੜਦਾ, ਵੋਟ ਤਾਂ ਉਹਨੂੰ ਵੀ ਪੈ ਜਾਂਦੀ ਹੈ ਨਾ ਪਰਵਿੰਦਰ, ਕੋਈ ਵੀ ਪੈਂਦਾ, ਚਾਹੇ ਤੁਸੀਂ ਤੇ ਮੈਂ ਵੀ ਖੜ ਜੀ, ਅਸੀਂ ਦੀਵਾਨੀ ਦਾ ਕੰਮ ਸੁਸਾਇਟੀ ਦਾ ਨਾ ਕੀਤਾ ਹੋਵੇ, ਕੋਈ 200-400 ਵੋਟ ਤਾਂ ਆਪਾਂ ਵੀ ਲੈ ਜਾਾਂਗੇ ਨਾ। ਤਾਂ ਵੋਟਾਂ ਪੈਣੀਆਂ ਕਦੇ ਪੈਮਾਨਾ ਥੋੜੀ ਹੁੰਦਾ ਚੰਗੇ ਜਾਂ ਮਾੜੇ ਲੀਡਰ ਦਾ। ਮਾੜੇ ਇੰਨੇ ਮਾੜੇ ਲੋਕ ਚੁਣ ਕੇ ਸੰਸਦ 'ਚ ਜਾਂਦੇ, ਵੋਟ ਪੈ ਕੇ ਜਿੱਤ ਕੇ ਹੀ ਜਾਂਦੇ ਨਾ ਆਖਰ। ਪਰ ਇਹ ਹੈ ਕਿ ਤੁਸੀਂ ਘੱਟੋ ਘੱਟ ਭਾਵਨਾਵਾਂ ਨਾਲ ਨਾ ਖੇਡੋ। ਤੁਸੀਂ ਉਹਨਾਂ ਨੂੰ ਉਹ ਸੁਪਨੇ ਦਿਖਾ ਰਹੇ ਹੋ ਜਿਹਦਾ ਦਰਅਸਲ ਤੁਹਾਡੀ ਵੈਸਟਡ ਇੰਟਰਸਟ, ਤੁਹਾਡੀ ਆਪਦੀ ਇੱਛਾ ਹੈ ਸੀਐਮ ਬਣਨਾ। ਪੰਜਾਬ ਦੀ ਭਲਾਈ ਨਹੀਂ ਹੈ। ਪੰਜਾਬ ਦੀ ਭਲਾਈ ਇਸ ਗੱਲ 'ਚ ਨਹੀਂ ਹੈ ਕਿ ਤੁਸੀਂ ਮੂਰਖ ਬਣਾਓ, ਰਿਪੋਰਟਾਂ 'ਚ ਉਲਝਾਓ। ਤੁਸੀਂ 5 ਸਾਲ ਕੱਢ ਤੇ 4 ਹਫ਼ਤਿਆਂ ਦੀ ਤੁਸੀਂ ਗੱਲ ਕੀਤੀ ਸੀ, 4 ਹਫ਼ਤਿਆਂ 'ਚ ਤੁਸੀਂ ਟਿਕਾ ਕੇ ਬੰਦੇ ਅੰਦਰ ਕਰਦੇ, ਪਤਾ ਲੱਗਦਾ ਕਿ ਤੁਹਾਡੀ ਸਰਕਾਰ ਨੇ ਕੁਝ ਕੀਤਾ ਸੀ। ਅੱਜ ਤੁਸੀਂ ਡੁੱਲੇ ਬੇਰਾਂ ਦਾ ਕੁਝ ਜਿਹੜਾ ਕਹਿੰਦੇ ਨਹੀਂ ਵਿਗੜਦਾ, ਅੱਜ ਤੁਸੀਂ ਆ ਕੇ ਉਹ ਡੁੱਲੇ ਬੇਰਾਂ ਦਾ ਵਿਗਾੜਤਾ। ਉਹ ਜਿਹੜੇ ਬੇਰ ਡੁੱਲੇ ਸੀ ਨਾ, ਉਹ ਚਿੱਕੜ 'ਚ ਡੁੱਲੇ ਸੀ ਦਰਅਸਲ, ਨਹੀਂ ਤਾਂ ਧੋ ਕੇ ਖਾ ਲੈਂਦਾ ਬੰਦਾ। ਉਹ ਡੁੱਲੇ ਬੇਰ ਨਹੀਂ, ਉਹ ਚਿੱਕੜ 'ਚ ਡਿੱਗੇ ਬੇਰ ਸੀਗੇ, ਉਹ ਹੁਣ ਧੋਤੇ ਨਹੀਂ ਜਾ ਸਕਦੇ, ਖਾਧੇ ਨਹੀਂ ਜਾ ਸਕਦੇ ਉਹ। ਇਸ ਕਰਕੇ ਇਹ ਜਿਹੜੇ ਟਵੀਟਸ ਹੈ 9 ਅਗਸਤ ਦੇ ਇਹ ਟਵੀਟਸ ਨੇ, ਅੱਜ ਫਿਰ ਉਹਨੂੰ ਰੀਪੋਸਟ ਕੀਤਾ ਜਾਂਦਾ ਹੈ। ਤਾਂ ਇੰਟੈਂਸ਼ਨ ਬਹੁਤ ਮਾਇਨੇ ਰੱਖਦੀ ਕਿ ਤੁਹਾਡੀ ਇੰਟੈਂਸ਼ਨ ਕੀ ਹੈ ਇਹਦੇ ਵਿੱਚ, ਤੁਸੀਂ ਕਿੱਥੇ ਜਾ ਕੇ ਗੱਲ ਕਰ ਰਹੇ ਹੋ। ਔਰ ਪੰਜਾਬੀਆਂ ਵਾਸਤੇ ਬੜਾ ਇੰਪੋਰਟੈਂਟ ਹੈ ਕਿ ਇਸ ਚੀਜ਼ ਨੂੰ ਸਮਝੋ। ਵੋਟਾਂ ਪੈ ਜਾਣੀਆਂ, ਬਣਨਾ ਉਹੀ ਹੈ। ਉਹ ਐਟ ਦਾ ਐਂਡ ਤੁਹਾਨੂੰ ਤੱਕੜੀ ਦੇ ਦੋਨਾਂ ਹਿੱਸਿਆਂ 'ਚੋਂ ਕੋਈ ਇੱਕ ਹਿੱਸਾ ਹੀ ਦੱਸਣਾ ਹੈ, ਜਾਂ ਉੱਤੋਂ ਪੰਜਾ ਜਾਂ ਤੱਕੜੀ ਦੱਸਣੀ ਹੈ, ਜਾਂ ਝਾੜੂ ਦੱਸਣਾ ਹੈ। ਹੋਰ ਚੌਥਾ ਅਜੇ ਤਾਂ ਨਜ਼ਰ ਨਹੀਂ ਆ ਰਿਹਾ। ਇੱਥੇ ਕੈਪਟਨ ਤੇ ਸਿੱਧੂ ਦੀ ਨਿੱਜੀ ਲੜਾਈ ਹੈ ਜਾਂ ਨਹੀਂ, ਕਿ ਕੀ ਇਹ ਸਾਰਾ ਜਿਹੜਾ ਹੋਰ ਕੀ ਹੈ ਇਹ ਹੈ ਕਿ ਪੋਲਿਟਿਕਸ ਵਿਦਨ ਦਾ ਪਾਰਟੀ ਹੈ, ਹੋਰ ਕੀ ਹੈ। ਇਸ ਤੋਂ ਬਾਅਦ ਆਪਾਂ ਕਿਵੇਂ ਸਮਝਾਂਗੇ ਇਸ ਗੱਲ ਨੂੰ ਕਿ ਹੋ ਸਕਦਾ ਜੇ ਇੰਨੀ ਪ੍ਰੋਬਲਮ ਸੀ ਤਾਂ ਕੈਪਟਨ ਨੂੰ ਲਾ ਕੇ ਸੀਐਮ ਸਿੱਧੂ ਨੂੰ ਵੀ ਬਣਾਇਆ ਜਾ ਸਕਦਾ ਸੀ, ਪਰ ਉਹ 6 ਮਹੀਨੇ ਡਿਲੀਵਰ ਨਹੀਂ ਕਰ ਪਾਣੇ ਸੀ। ਜੇ ਉਹ ਡਿਲੀਵਰ ਕਰ ਸਕਦੇ ਹੁੰਦੇ 6 ਮਹੀਨਿਆਂ 'ਚ ਤਾਂ ਸ਼ਾਇਦ ਇਹ ਵੀ ਤਖਤਾ ਪਲਟਿਆ ਜਾਣਾ ਸੀਗਾ, ਤੇ ਫਿਰ ਡਿਲੀਵਰ ਕਰਕੇ ਫਿਰ ਦੁਬਾਰਾ ਲੋਕਾਂ 'ਚ ਆ ਜਾਣਾ। ਕਿਉਂਕਿ ਹੁਣ ਡਿਲੀਵਰ ਤਾਂ ਹੋਣਾ ਨਹੀਂ, ਤਾਂ ਹੁਣ ਲੋਕਾਂ ਅੱਗੇ ਇੱਕ ਪਰਦਾ ਰੱਖਣਾ ਕਿ ਆਹ ਬੰਦਾ ਸਾਡਾ ਪਹਿਲਾਂ ਸੀ, ਇਹ ਗਲਤ ਸੀਗਾ, ਹੁਣ ਆਹ ਬੰਦਾ ਦੇਵਾਂਗੇ ਅਸੀਂ ਤੁਹਾਨੂੰ, ਇਹ ਬਦਲਾਅ ਕਰ ਦੂਗਾ। ਪਾਰਟੀ ਸਟਰਕਚਰ ਤਾਂ ਉਹੀ ਹੈ, ਪੰਚਾਂ ਸਰਪੰਚਾਂ ਤੋਂ ਲੈ ਕੇ ਟੌਪ ਤੱਕ ਤੁਹਾਡਾ ਸਿਸਟਮ ਤਾਂ ਸਾਰਾ ਉਹੀ ਹੈ। ਜਿਹੜੇ ਬਿਊਰੋਕਰੇਟਸ ਨਾਲ ਕੰਮ ਕਰ ਰਹੇ ਹੋ ਤਾਂ ਉਹੀ ਨੇ। ਆ ਕਿੱਟਾਂ ਦਾ ਰੌਲਾ ਪੈ ਗਿਆ ਹੁਣ, ਸਪੋਰਟਸ ਵਾਲੀਆਂ ਕਿੱਟਾਂ ਦਾ। ਸਪੋਰਟਸ ਕਿੱਟਾਂ ਜਿਹੜੀਆਂ ਵੰਡੀਆਂ, ਉਹ ਅੱਜ ਪੰਜਾਬੀ ਟ੍ਰਿਬਿਊਨ ਦੀ ਖਬਰ ਹੈ, ਪੜ੍ਹੋ, ਅਧਿਕਾਰੀ ਸਾਈਨ ਨਹੀਂ ਕਰ ਰਹੇ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿਹਨੇ ਮੰਗਵਾਈਆਂ, ਬਿੱਲ ਕਿਹਨੇ ਬਣਾਉਣੇ ਸੀਗੇ। ਤਾਂ ਇਹ ਸਾਰੀ ਚੀਜ਼ਾਂ ਦਾ ਇਸ਼ੂਜ਼ ਨੇ, ਇਕੱਲਾ ਇੱਕ ਨਹੀਂ ਹੈ। ਦਰਅਸਲ ਸਰਕਾਰ ਡਿਲੀਵਰ ਨਹੀਂ ਕਰ ਪਾਈ, ਕੈਪਟਨ ਅਮਰਿੰਦਰ ਸਿੰਘ ਡਿਲੀਵਰ ਨਹੀਂ ਕਰ ਪਾਏ, ਬੇਅਦਬੀ ਤੇ ਨਸ਼ਿਆਂ ਦੇ ਉੱਤੇ ਡਿਲੀਵਰ ਨਹੀਂ ਕਰ ਪਾਏ, ਔਰ ਹੁਣ ਇੱਕ ਨਵਾਂ ਚਿਹਰਾ ਜਿਹੜਾ ਸ਼ਾਂਤ ਬੈਠਾ ਸੀਗਾ, ਜਿਹੜਾ ਬਰਾਬਰ ਦਾ ਲੀਡਰ ਸੀ, ਉਹਨੂੰ ਖੜਾ ਕਰਤਾ ਕਿ ਇਹ ਡਿਲੀਵਰ ਕਰੂਗਾ। ਹੁਣ ਲੜਾਈ ਸਿਰਫ ਇੰਨੀ ਕੁ ਹੈ। ਬਾਕੀ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੋ, ਤੁਸੀਂ ਡਰਾਵਾ ਦੇ ਰਹੇ ਹੋ ਪਬਲਿਕਲੀ ਆ ਕੇ, ਕਿਹਨੂੰ ਦੇ ਰਹੇ ਹੋ? ਮੁੱਖ ਮੰਤਰੀ ਨੂੰ ਕਿਉਂ ਦੇ ਰਹੇ ਹੋ? ਤੁਸੀਂ ਪਾਰਟੀ ਦੇ ਪ੍ਰਧਾਨ ਹੋ, ਤੁਸੀਂ ਇਹ ਦਾਅਵੇ ਨਾਲ ਲਿਖੋ ਵੀ ਮੈਂ ਜਨਤਕ ਕਰਾਊਂਗਾ ਇਹਨੂੰ। ਇਹ ਨਾ ਕਹੋ ਵੀ ਕਰੋ। ਕਿਹਨੂੰ ਕਹਿ ਰਹੇ ਹੋ ਕਰੋ? ਕਿਹਨੂੰ ਕਹਿ ਰਹੇ ਹੋ ਤੁਸੀਂ? ਮਾਇਆਵਤੀ ਦੀ ਸਰਕਾਰ ਥੋੜੀ ਹੈ, ਮਾਇਆਵਤੀ ਨੂੰ ਕਹਿ ਰਹੇ ਹੋ ਵੀ ਕਰੋ ਜਨਤਕ। ਤੁਹਾਡੇ ਆਪਣੇ, ਤੁਸੀਂ ਪਾਰਟੀ ਪ੍ਰਧਾਨ ਹੋ, ਤੁਸੀਂ ਮੀਟਿੰਗ ਕਾਲ ਕਰੋ ਆਪਦੀ ਪਾਰਟੀ ਦੀ। ਬਹੁਤੇ ਵਿਧਾਇਕ ਪੱਖ 'ਚ ਵੀ ਨੇ ਇੱਥੋਂ ਤੱਕ ਕਿ ਤੁਸੀਂ ਐਜ਼ ਅ ਪਾਰਟੀ ਪ੍ਰੈਜ਼ੀਡੈਂਟ ਤੁਸੀਂ ਸੀਐਮ ਨੂੰ ਇੱਕ ਚਿੱਠੀ ਲਿਖ ਦਿਓ ਵੀ ਇਹ ਨਾ ਜਨਤਕ ਹੋਏ। ਫਿਰ ਰਾਹੁਲ ਗਾਂਧੀ ਕਾਹਦੇ ਵਾਸਤੇ ਉੱਤੇ ਬੈਠੇ ਆ? ਤੇ ਉਹਨਾਂ ਦੀ ਕੀ ਮਜਬੂਰੀ? ਫਿਰ ਪੰਜਾਬੀ ਜਾਣਗੇ ਆਪੇ ਵੀ ਇਹ 75-25 ਹੈ ਜਾਂ ਨਹੀਂ ਹੈ, ਜਾਂ ਅੰਦਰਲੀ ਕੀ ਮੈਟਰ ਹੈ।
ਤਾਂ ਤੁਸੀਂ ਆ ਕੇ ਪਬਲਿਕ 'ਚ ਆ ਕੇ ਪਹਿਲਾਂ ਹਰ ਗੱਲ ਨੂੰ ਪਬਲਿਕ 'ਚ ਲੈ ਕੇ ਆਉਂਦੇ ਹੋ, ਫਿਰ ਉਸ ਤੋਂ ਬਾਅਦ ਉਹਦਾ ਰਿਐਕਸ਼ਨ ਚਾਹੁੰਦੇ ਹੋ। ਇਹ ਆਪਣੇ ਆਪ 'ਚ ਕੁਐਸਚਨੇਬਲ ਗੱਲ ਹੈ ਕਿ ਪੰਜਾਬੀ ਇਸ ਗੱਲ ਨੂੰ ਸਮਝ ਰਹੇ। ਸਿਆਸਤ, ਮੈਂ ਪਹਿਲਾਂ ਵੀ ਕਿਹਾ, ਵੋਟਾਂ ਵੀ ਪੈਣੀਆਂ, ਜਿੱਤਣੇ ਵੀ ਨੇ ਲੀਡਰ ਉਹੀ ਲੀਡਰ ਹੁੰਦੇ ਆ ਜਿਨ੍ਹਾਂ ਦੇ 30 ਸਾਲਾਂ ਤੋਂ ਦੋਸ਼ ਲੱਗਦੇ ਆ ਰਹੇ ਹੋ, ਫਿਰ ਆਏ ਸਾਲ ਆਈ ਇਲੈਕਸ਼ਨ 'ਚ ਜਿੱਤੇ। ਗੱਲ ਉਹ ਨਹੀਂ ਹੁੰਦੀ। ਗੱਲ ਇਹ ਹੈ ਕਿ ਪੰਜਾਬੀ ਚੇਤਨ ਹੋਇਆ ਸੀ, ਉਹ ਦੁਬਾਰਾ ਟਰੈਪ 'ਚ ਨਾ ਫਸੇ। ਤੁਸੀਂ ਵੋਟ ਪਾ ਰਹੇ ਹੋ, ਤੁਹਾਨੂੰ ਇਹ ਪਤਾ ਹੋਵੇ ਮੈਂ ਕਿਉਂ ਪਾ ਰਿਹਾ। ਮੂਰਖ ਬਣ ਕੇ ਨਾ ਘੱਟੋ ਘੱਟ ਕਿਸੇ ਦਾ ਸਾਥ। ਤੇ ਪ੍ਰਸ਼ਾਂਤ ਕਿਸ਼ੋਰ ਹੋਰੀ ਅਸਤੀਫਾ ਦੇ ਜਾਂਦੇ ਨੇ, ਉਧਰ ਸਿੱਧੂ ਦੇ ਜਿਹੜੇ ਸਲਾਹਕਾਰ ਨੇ ਉਹ ਵੀ ਕਿਤੇ ਨਾ ਕਿਤੇ ਪਾਸਾ ਵੱਟਦੇ ਨਜ਼ਰ ਆ ਰਹੇ ਨੇ। ਇਹਦਾ ਮੁੱਖ ਕਾਰਨ ਕੀ ਹੋ ਸਕਦਾ ਕਿ ਕੈਪਟਨ ਦੀ ਜਿਹੜੀ ਛਵੀ ਖਰਾਬ ਹੋ ਰਹੀ ਹੈ? ਪ੍ਰਸ਼ਾਂਤ ਕਿਸ਼ੋਰ ਹੋਰੀ ਇਸੇ ਕਰਕੇ ਪਾਸਾ ਵੱਟ ਗਏ ਨੇ ਕੈਪਟਨ ਤੋਂ ਇਸ ਵਾਰ। ਇਹ ਦੇਖੋ, ਇਹ ਵੱਡੀਆਂ ਸਟ੍ਰੈਟਜੀਜ਼ ਹੁੰਦੀਆਂ ਪ੍ਰਵਿੰਦਰ, ਇਹ ਓਵਰਨਾਈਟ ਨਹੀਂ ਬਣਦੀਆਂ। ਇਹ ਇੱਕ ਚੋਣ ਖਤਮ ਹੁੰਦੀ ਹੈ ਤਾਂ ਅਗਲੀ ਦੀ ਸਟ੍ਰੈਟਜੀ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ। ਜੇ 19 ਦੀ ਚੋਣ ਹਾਰ ਗਏ ਸੀਗੇ ਕਾਂਗਰਸ ਔਰ ਬਾਕੀ ਜਿਹੜੀਆਂ ਪਾਰਟੀਆਂ ਸੀ, ਤਾਂ 24 ਦੀ ਤਿਆਰੀ ਉਹਨਾਂ ਨੇ 19 'ਚ ਹੀ ਸ਼ੁਰੂ ਕਰਤੀ ਸੀਗੀ। ਇਹ ਨਹੀਂ ਹੁੰਦਾ ਕਿ ਤੁਸੀਂ ਕਹੋ ਕਿ 24 ਦੀ ਤਿਆਰੀ 23 'ਚ ਜਾ ਕੇ ਸ਼ੁਰੂਆਤ ਹੁੰਦੀ ਹੈ। ਤਾਂ ਉਹ ਪਰਤ ਦਰ ਪਰਤ ਚੀਜ਼ਾਂ ਚੱਲਦੀਆਂ ਨੇ। ਇਹ ਤਾਂ ਹੁਣ ਪ੍ਰਸ਼ਾਂਤ ਕਿਸ਼ੋਰ ਜਾਣਦੇ ਨੇ, ਰਾਹੁਲ ਗਾਂਧੀ ਜਾਂ ਕੈਪਟਨ ਨੂੰ ਅੰਦਰੋਂ ਪਤਾ ਹੈ। ਕੋਈ ਕੱਲੀ ਅਸੀਂ ਦੇ ਦਈਏ ਰਿਪੋਰਟ, ਸਾਡੇ ਕੋਲ ਹੀ ਇਹੋ ਜੀ, ਸਾਡੇ ਕੋਲੇ ਕੋਈ ਰਿਪੋਰਟ ਨਹੀਂ ਵੀ ਪ੍ਰਸ਼ਾਂਤ ਕਿਸ਼ੋਰ ਕਿਉਂ ਅਸਤੀਫਾ ਦੇ ਗਏ। ਅਸੈਸਮੈਂਟਸ ਹੁੰਦੀਆਂ, ਤੁਸੀਂ ਐਜ਼ ਅ ਜਰਨਲਿਸਟ ਵੀ ਕੁਝ ਚੀਜ਼ਾਂ ਅਜ਼ਿਊਮ ਕਰਦੇ ਹੋ, ਕੁਝ ਤੁਹਾਡੀ ਜਾਣਕਾਰੀ ਹੁੰਦੀ ਹੈ। ਤਾਂ ਅਸੈਸਮੈਂਟ ਤਾਂ ਕਿ ਬਹੁਤ ਲੌਂਗਰ ਟਰਮ ਤੋਂ ਜਿਹੜੀ ਇਹ ਪਲੈਨਿੰਗ ਦਾ ਇੱਕ ਹਿੱਸਾ ਸੀ, ਇਹ ਸਮਝ ਆ ਰਹੀਆਂ। ਜਦੋਂ ਈਵੈਂਟਸ ਅਨਫੋਲਡ ਹੁੰਦੇ ਆ ਨਾ, ਤਾਂ ਈਵੈਂਟ ਦੇ ਪਿੱਛੇ ਕੀ ਹੁੰਦਾ ਤੁਹਾਨੂੰ ਉਹ ਅਸੈਸ ਕਰਨਾ ਪੈਂਦਾ। ਕਈ ਵਾਰੀ ਸਾਹਮਣੇ ਜੋ ਪਿਆ ਹੁੰਦਾ ਉਹ ਸਾਹਮਣੇ ਨਹੀਂ ਹੁੰਦਾ। ਜੇ ਤੁਸੀਂ ਸੇਬ ਨੂੰ ਖਾ ਕੇ ਅੱਧਾ ਤੇ ਸ਼ੀਸ਼ੇ ਦੇ ਮੂਹਰੇ ਰੱਖ ਦੋਗੇ ਤਾਂ ਮੂਹਰਲਾ ਹਿੱਸਾ ਜਿਹੜਾ ਉਹ ਸ਼ੀਸ਼ੇ 'ਚ ਪੂਰਾ ਸੇਬ ਹੀ ਦਿਸੂਗਾ ਕਿ ਪੂਰਾ ਸੇਬ ਪਿਆ, ਪਰ ਸੇਬ ਦੇ ਮਗਰਲਾ ਹਿੱਸਾ ਤਾਂ ਖਾਧਾ ਹੋਇਆ। ਤਾਂ ਉਹ ਜਿਹੜਾ ਮਗਰਲਾ ਖਾਧਾ ਅਸੈਸ ਕਰਨਾ, ਉਹ ਐਜ਼ ਅ ਜਰਨਲਿਸਟ ਤੁਸੀਂ, ਤੁਹਾਡੀਆਂ ਪ੍ਰਜ਼ੰਪਸ਼ਨਸ ਹੁੰਦੀਆਂ, ਕੁਝ ਚੀਜ਼ਾਂ ਤੁਸੀਂ ਅਜ਼ਿਊਮ ਕਰਦੇ ਹੋ, ਉਹ ਕੁਝ ਚੀਜ਼ਾਂ ਤੁਸੀਂ ਤਜਰਬੇ ਤੋਂ ਸਮਝਦੇ ਹੋ, ਕੁਝ ਤੁਹਾਡੇ ਸੋਰਸਸ ਐਡ ਅਪ ਹੁੰਦੇ ਆ, ਤੁਹਾਨੂੰ ਜਾਣਕਾਰੀਆਂ ਮਿਲਦੀਆਂ, ਉਹ ਸਾਰਾ ਉਹ ਹੁੰਦਾ। ਪਰ ਇਸ 'ਚ ਕੋਈ ਦੋ ਰਾਏ ਨਹੀਂ ਕਿ ਇਹ ਵੈਰੀ ਮੱਚ ਪਾਰਟ ਆਫ ਦਾ ਪਲਾਨ ਸੀਗਾ। ਐਵੇਂ ਤਾਂ ਨਹੀਂ ਹੁਣ ਜਿਹੜੇ ਬੰਦੇ ਅੰਦੋਲਨ ਨੂੰ, ਜਿਹੜੇ ਕਿਸਾਨ ਅੰਦੋਲਨ 'ਚ ਬਹੁਤ ਸਿਆਣੇ ਹੋ ਕੇ ਕਹਿ ਰਹੇ ਸੀਗੇ ਐ ਨਹੀਂ ਅੰਦੋਲਨ ਐ ਹੋਣਾ ਚਾਹੀਦਾ, ਉਹ ਕਰ ਉਹ ਪਤਾ ਲੱਗਿਆ ਕਿ ਉਹ ਤਾਂ ਕਾਂਗਰਸ ਦੇ ਹੀ ਬੰਦੇ ਸੀਗੇ ਤੇ ਉਹ ਇਵੈਂਚੁਅਲੀ ਉਹ ਐਕਸਪੋਜ਼ ਹੋ ਗਏ ਬੰਦੇ। ਤਾਂ ਇਹ ਜਦੋਂ ਚੀਜ਼ਾਂ ਅਨਫੋਲਡ ਹੁੰਦੀਆਂ ਨਾ, ਅਨਫੋਲਡ ਹੋਣ ਤੋਂ ਬਾਅਦ ਬਹੁਤ ਕੁਝ ਕਲੀਅਰ ਹੁੰਦਾ। ਸੋ ਸੁਣਿਆ ਤੁਸੀਂ ਕਿਵੇਂ ਸਾਫ਼ ਤੌਰ ਤੇ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਜੋ ਸਿੱਧੂ ਦੇ ਵੱਲੋਂ ਮੁੱਦੇ ਚੁੱਕੇ ਜਾ ਰਹੇ ਨੇ ਉਹ ਕੇਵਲ ਤੇ ਕੇਵਲ ਇੱਕ ਚੋਣਾਂ ਜਿੱਤਣ ਦਾ ਹੀ ਮਕਸਦ ਹੈ, ਨਾ ਕਿ ਕੋਈ ਨਿੱਜੀ ਲੜਾਈ ਹੈ, ਨਾ ਕੋਈ ਪੰਜਾਬ ਦੀ ਜਨਤਾ ਦੀ ਭਲਾਈ ਦੀ ਲੜਾਈ ਹੈ। ਸਿਰਫ ਤੇ ਸਿਰਫ ਆਪਣੇ ਨਿੱਜੀ ਮੰਤਵ ਦੇ ਲਈ ਜਿਹੜੇ ਆ ਇਹ ਟਵੀਟ ਕੀਤੇ ਜਾ ਰਹੇ ਨੇ ਜਾਂ ਫਿਰ ਮੁੱਦੇ ਚੁੱਕੇ ਜਾ ਰਹੇ ਨੇ, ਉਹ ਸਿਰਫ ਤੇ ਸਿਰਫ ਨਿੱਜੀ ਮੰਤਵ ਦੇ ਲਈ ਚੁੱਕੇ ਜਾ ਰਹੇ ਨੇ। ਇਸ ਪਿੱਛੇ ਪੰਜਾਬ ਦੀ ਭਲਾਈ ਦਾ ਕੋਈ ਮਕਸਦ ਨਹੀਂ ਨਜ਼ਰ ਆ ਰਿਹਾ। ਸੋ ਜੁੜੇ ਰਹੋ ਸਾਡੇ ਦੇ ਨਾਲ, ਔਨ 에ਅਰ ਦੇ ਨਾਲ, ਦੇਖਦੇ ਰਹੋ ਔਨ 에ਅਰ। ਫਿਲਹਾਲ ਦੇ ਦਿਓ ਇਜਾਜ਼ਤ, ਧੰਨਵਾਦ।